पंज कक्कियां दी ओट हेठां शिद्दतां उठे गुरु गोबिंद सिंह जिथों दी ताड़ी मार के मिट्टी ने नक्शा तक्किया लोहे दी नंगी तार दा बत्तियां दे खेमे पुट के अणखां दे चिल्ले चाड़ के गोबिंद ही है साडे आजाद साहां दी लड़ी गोबिंद ही साडी जुबान दा सब तो सुच्चा वाक है गोबिंद ही है साडे आजाद साहां दी लड़ी गोबिंद ही साडी जुबान दा सब तो सुच्चा वाक है जद भी है आना वक्त ने है सीस लैके बाप दा काले से आह पेंडे उठदियां पंज कक्कियां दी ओट हेठां शिद्दतां उठे गुरु गोबिंद सिंह जिथों दी ताड़ी मार के मिट्टी ने नक्शा तक्किया लोहे दी नंगी तार दा बत्तियां दे खेमे पुट के अणखां दे चिल्ले चाड़ के गोबिंद ही है साडे आजाद साहां दी लड़ी गोबिंद ही साडी जुबान दा सब तो सुच्चा वाक है गोबिंद ही है साडे आजाद साहां दी लड़ी गोबिंद ही साडी जुबान दा सब तो सुच्चा वाक है जद भी है आना वक्त ने है सीस लैके बाप दा काले से आह पेंडे ਸਿੰਘੋ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਤੇ ਅੱਜ ਬੜੇ ਦਿਨਾਂ ਬਾਅਦ ਮੈਂ ਆਪਣਾ ਵੀਡੀਓ ਅਪਲੋਡ ਕਰ ਰਿਹਾ ਤੇ ਕਾਫੀ ਟਾਈਮ ਹੋ ਗਿਆ ਸੀ। ਤੁਸੀਂ ਸਾਰੇ ਵੀ ਸੋਚਦੇ ਹੋਵੋਗੇ ਕਿ ਮੈਂ ਕਿੱਥੇ ਰਹਿ ਗਿਆ। ਤੇ ਅਸਲ ਵਿੱਚ ਗੱਲ ਕੀ ਹੋਈ ਕਿ ਮੈਂ ਪਹਿਲਾਂ ਰਹਿੰਦਾ ਸੀ ਫਲੋਰੀਡਾ ਸੂਬੇ ਵਿੱਚ ਤੇ ਮੈਂ ਹੁਣੀ ਸ਼ਿਫਟ ਕੀਤਾ ਹੈਗਾ ਵਾਸ਼ਿੰਗਟਨ ਸੂਬੇ 'ਚ। 3500 ਮੀਲ ਦੂਰ ਹੈ ਸੂਬਾ ਤੇ ਸ਼ਿਫਟ ਕਰਨ 'ਚ ਮੈਨੂੰ 2-3 ਮਹੀਨੇ ਲੱਗ ਗਏ, ਜਿਸ ਕਰਕੇ ਮੈਂ ਕੋਈ ਵੀਡੀਓ ਨਹੀਂ ਅਪਲੋਡ ਕਰ ਸਕਿਆ। ਤੇ ਆ ਕੇ ਫਿਰ ਘਰ ਵੀ ਸੈੱਟ ਸੁੱਟ ਕਰਨਾ ਹੁੰਦਾ, ਉਹਦੇ ਵਿੱਚ ਵੀ ਵਕਤ ਕਾਫੀ ਲੱਗ ਜਾਂਦਾ। ਤੇ ਪਰ ਹੁਣ ਸਭ ਸੈੱਟ ਹੋ ਗਿਆ ਤੇ ਵਾਹਿਗੁਰੂ ਦੀ ਕਿਰਪਾ ਨਾਲ ਪੂਰਾ ਸਫ਼ਰ ਬਹੁਤ ਈਜ਼ੀ ਰਿਹਾ। ਤੇ ਇਹ ਸੂਬਾ ਵੀ ਬਹੁਤ ਖੂਬਸੂਰਤ ਹੈ ਤੇ ਇੱਥੇ ਘਰ ਦੇ ਨੇੜੇ ਮੇਰੇ ਪਹਾੜ ਵਗੈਰਾ ਨੇ ਤੇ ਸ਼ੂਟਿੰਗ ਕਰਨ ਲਈ ਥਾਂ ਵੀ ਬਹੁਤ ਆਸਾਨੀ ਨਾਲ ਮਿਲ ਜਾਂਦੀ ਹੈ। ਤੁਸੀਂ ਪਹਾੜਾਂ 'ਚ ਡਰਾਈਵ ਕਰਕੇ ਜਾਓ, ਕਿਤੇ ਵੀ ਪਬਲਿਕ ਲੈਂਡ ਮਿਲ ਜੇ ਤੇ ਤੁਹਾਨੂੰ ਟਾਰਗੇਟ ਬਹੁਤ ਈਜ਼ੀਲੀ ਮਿਲ ਜਾਂਦੇ ਨੇ। ਤੇ ਇੱਥੇ ਮੇਰੇ ਘਰ ਦੇ ਨੇੜੇ ਜੇ ਤੁਸੀਂ ਕੋਈ ਰੇਂਜ ਤੇ ਜਾਣਾ ਤਾਂ ਰੇਂਜ ਵੀ ਬੜੀ ਪਿਆਰੀ ਰੇਂਜ ਹੈਗੀ ਆ। ਤੇ ਚਲੋ ਜੀ, ਅੱਜ ਦਾ ਜਿਹੜਾ ਵੀਡੀਓ ਹੈਗਾ ਉਹਦੇ ਵਿੱਚ ਮੈਂ ਤੁਹਾਨੂੰ ਦਿਖਾਵਾਂਗਾ ਕਿ ਗਨ ਨੂੰ, ਕਿਸੇ ਵੀ ਗਨ ਨੂੰ ਜ਼ੀਰੋ ਕਿੱਦਾਂ ਕਰੀਦਾ 100 ਯਾਰਡ ਤੇ। ਠੀਕ ਹੈ ਜੀ। ਹੁਣ ਜ਼ੀਰੋ ਕਿਉਂ ਕਰੀਦਾ ਤੇ ਜ਼ੀਰੋ ਕਰਨ ਦਾ ਮਤਲਬ ਕੀ ਹੁੰਦਾ ਤੇ 100 ਯਾਰਡ ਤੇ ਕਿਉਂ ਜ਼ੀਰੋ ਕਰਨਾ ਹੈ ਤੇ ਇਹ ਮੈਂ ਤੁਹਾਨੂੰ ਸਮਝਾਉਂਦਾ। ਦੇਖੋ ਹੁਣ ਤੁਸੀਂ ਮੇਰੇ ਪਿੱਛੇ ਜਿਹੜੀ ਬੰਦੂਕ ਪਈ ਹੈ ਇਹ ਇੱਕ ਸਨਾਈਪਰ ਰਾਈਫਲ ਹੈ। ਠੀਕ ਹੈ। ਇਹਦੇ ਉੱਤੇ ਸਕੋਪ ਲੱਗਾ ਤੇ ਆਹ ਰਾਈਫਲ ਹੈ ਤੇ ਆਹ ਰਾਈਫਲ ਦਾ ਬੈਰਲ ਹੈ। ਠੀਕ ਹੈ ਜੀ। ਤੇ ਆਹ ਜਿਹੜੀ ਸਨਾਈਪਰ ਰਾਈਫਲ ਹੈ ਜ਼ਿਆਦਾਤਰ ਬੋਲਟ ਐਕਸ਼ਨ ਹੁੰਦੀ ਹੈ। ਠੀਕ ਹੈ, ਤੁਸੀਂ ਦੇਖ ਰਹੇ ਹੋ। ਤੇ ਜਿਹੜੀ ਵੀ ਸਨਾਈਪਰ ਰਾਈਫਲ ਹੈ ਇਹ 100 ਯਾਰਡ ਹਰ ਰਾਈਫਲ ਨੂੰ ਜ਼ੀਰੋ ਕਰਨਾ ਪੈਂਦਾ, ਪਹਿਲਾਂ ਤਾਂ ਇਹ ਸਮਝੋ। ਹਾਂਜੀ। ਤੇ ਹਰ ਬੰਦੂਕ ਨੂੰ, ਚਾਹੇ ਉਹ ਤੁਹਾਡੀ ਹੈਂਡ ਗਨ, ਚਾਹੇ ਉਹ AK-47 ਹੈ ਜਾਂ ਆਹ ਤੁਸੀਂ ਦੇਖ ਰਹੇ ਹੋ AR-15 ਹੈਗੀ ਹੈ, ਇਹਦੇ ਵਿੱਚ ਵੀ ਸਕੋਪ ਪੁਆਇੰਟ ਲੱਗਾ ਹੁੰਦਾ ਉੱਪਰ। ਤੇ ਚਾਹੇ ਤੁਹਾਡੀ ਕੋਈ ਸਨਾਈਪਰ ਰਾਈਫਲ ਹੈ, ਹਰ ਬੰਦੂਕ ਨੂੰ ਜੀ ਜ਼ੀਰੋ ਕਰਨਾ ਜ਼ਰੂਰੀ ਹੈ। ਤੇ ਅਲੱਗ-ਅਲੱਗ ਥਾਂ ਤੇ ਜ਼ੀਰੋ ਕਰਿਆ ਜਾ ਸਕਦਾ ਬੰਦੂਕ ਨੂੰ। ਤੇ ਜਿਵੇਂ ਕਿ ਜ਼ਿਆਦਾਤਰ ਜਿਹੜੀ ਹੈਂਡ ਗਨ ਹੁੰਦੀ ਹੈ ਇਹਨੂੰ ਜ਼ੀਰੋ ਕਰਿਆ ਜਾਂਦਾ ਹੈਗਾ ਆ 15 ਯਾਰਡ 20 ਯਾਰਡ, ਕਿਉਂਕਿ 15-20 ਯਾਰਡ ਤੇ ਜ਼ਿਆਦਾ ਸ਼ੂਟ ਕਰਨਾ ਹੁੰਦਾ, ਟਾਰਗੇਟ ਤੁਹਾਡਾ ਹੁੰਦਾ। ਤੇ ਜਿਹੜੀ AR-15 ਆਪਣੀ ਜਾਂ ਅਸੌਲਟ ਰਾਈਫਲ ਦੀ ਜਿਹਨੂੰ ਕਿਹਾ ਜਾਂਦਾ, ਇਹਨੂੰ ਜ਼ਿਆਦਾਤਰ ਲੋਕ ਜ਼ੀਰੋ ਕਰਦੇ ਨੇ ਆਪਣਾ 50 ਯਾਰਡ ਤੇ ਜਾਂ 100 ਯਾਰਡ ਤੇ। ਠੀਕ ਹੈ ਜੀ। ਤੇ ਜਿਹੜੀ ਸਨਾਈਪਰ ਰਾਈਫਲ ਹੈ
ਇਹਨੂੰ ਅਲੱਗ-ਅਲੱਗ ਡਿਸਟੈਂਸ ਤੇ ਜ਼ੀਰੋ ਕੀਤਾ ਜਾ ਸਕਦਾ 100 ਯਾਰਡ ਤੇ 200 ਯਾਰਡ ਤੇ 300 ਯਾਰਡ ਤੇ ਲੇਕਿਨ ਸਭ ਤੋਂ ਵਧੀਆ ਡਿਸਟੈਂਸ ਜਿਹੜਾ ਮੰਨਿਆ ਜਾਂਦਾ ਉਹ 100 ਯਾਰਡ ਮੰਨਿਆ ਜਾਂਦਾ, ਕਿਉਂਕਿ ਉਹਦੇ ਉੱਪਰ ਫਿਰ ਕੈਲਕੂਲੇਸ਼ਨਾਂ ਕਰਨੀਆਂ ਆਸਾਨ ਹੋ ਜਾਂਦੀਆਂ ਨੇ। ਤੇ ਤੁਸੀਂ ਸਮਝੀਏ ਆਪਣੇ ਜ਼ੀਰੋ ਕਰਨ ਦਾ ਮਤਲਬ ਕੀ ਹੈ, ਹਨਾ, ਤੇ ਕਿਉਂ ਕਰਨਾ ਜ਼ਰੂਰੀ ਹੈ ਬੰਦੂਕ ਦੀ। ਚਲੋ ਇਹਨੂੰ ਮੈਂ ਰੱਖ ਦਿੰਦਾ। ਦੇਖੋ ਜੀ, ਜ਼ੀਰੋ ਦਾ ਮਤਲਬ ਇਹ ਹੈ, ਸਪੋਜ਼ ਇਹ ਗਨ 100 ਯਾਰਡ ਤੇ ਜ਼ੀਰੋ ਕੀਤੀ ਹੋਵੇ, ਇਹਦਾ ਮਤਲਬ ਇਹ ਹੁੰਦਾ ਹੈ ਕਿ ਤੁਸੀਂ ਆਹ ਦੇਖ ਲਓ ਸਕੋਪ ਵਿੱਚ ਜਦੋਂ ਆਪਾਂ ਦੇਖਦੇ ਹਾਂ ਇਹਦੇ ਵਿੱਚ ਇੱਕ ਕ੍ਰਾਸ ਹੇਅਰ ਲੱਗਾ ਇੱਦਾਂ, ਠੀਕ ਹੈ। ਤੇ ਤੁਸੀਂ ਆਹ ਬੈਰਲ ਦੇਖ ਰਹੇ ਹੋ, ਬੈਰਲ 'ਚ ਵੀ ਚੋਂ ਜਿਹੜੀ ਬੰਦੂਕ ਨੇ ਜਾਣਾ ਤੇ ਜਦ ਗੋਲੀ ਨੇ ਜਾਣਾ, ਤੇ ਜਦ ਗੋਲੀ ਨੇ ਜਾਣਾ, ਗੋਲੀ ਨੇ ਕੁਛ ਡਿੱਗਣਾ ਵੀ ਹੈ ਥੱਲੇ, ਗੋਲੀ ਸਿੱਧੀ ਨਹੀਂ ਚੱਲਦੀ, ਗੋਲੀ ਦਾ ਜਿਹੜਾ ਕਰਵੇਚਰ ਆ ਉਹ ਐਂ ਜਾਂਦਾ ਥੱਲੇ ਨੂੰ, ਡਿੱਗਦੀ ਜਾਂਦੀ ਗੋਲੀ। ਤੇ 100 ਯਾਰਡ ਤੇ ਜ਼ੀਰੋ ਦਾ ਮਤਲਬ ਇਹ ਹੈ ਕਿ 100 ਯਾਰਡ ਉੱਤੇ ਜੇ ਮੈਂ ਇਸ ਬੰਦੂਕ ਨੂੰ ਜਿੱਥੇ ਵੀ ਮੈਂ ਕ੍ਰਾਸ ਹੇਅਰ ਰੱਖਾਂਗਾ, ਠੀਕ ਹੈ ਜੀ, ਕ੍ਰਾਸ ਹੇਅਰ ਜਿੱਥੇ ਮੈਂ ਟਾਰਗੇਟ ਤੇ ਰੱਖਿਆ ਉਹ ਮੇਰਾ ਪੁਆਇੰਟ ਆਫ ਏਮ ਹੋ ਗਿਆ, ਜਿੱਥੇ ਮੈਂ ਬੰਦੂਕ ਨੂੰ ਏਮ ਕੀਤਾ, ਜਿੱਥੇ ਮੈਂ ਸਕੋਪ ਨੂੰ ਏਮ ਕੀਤਾ, ਤੇ ਜਿੱਥੇ ਮੇਰੀ ਗੋਲੀ ਵੱਜੂਗੀ ਪੁਆਇੰਟ ਆਫ ਇੰਪੈਕਟ ਉਹ ਸੇਮ ਹੋਊਗਾ, ਠੀਕ ਹੈ ਜੀ। ਤਾਂ ਦੁਬਾਰਾ ਮੈਂ ਦੱਸਦਾ, ਤੁਹਾਡਾ ਜਿਹੜਾ ਪੁਆਇੰਟ ਆਫ ਏਮ ਹੈ ਤੇ ਤੁਹਾਡਾ ਜਿਹੜਾ ਪੁਆਇੰਟ ਆਫ ਇੰਪੈਕਟ ਹੈਗਾ ਉਹ ਇੱਕੋ ਹੀ ਹੋ ਜਾਂਦਾ ਹੈਗਾ। ਉੱਥੇ ਗਨ ਕਹਿਣ ਦਾ ਮਤਲਬ ਹੈ ਉੱਥੇ ਜ਼ੀਰੋ ਹੈ। ਤੇ ਇਸ ਗਨ ਦਾ ਪੁਆਇੰਟ ਆਫ ਏਮ ਤੇ ਪੁਆਇੰਟ ਆਫ ਇੰਪੈਕਟ 100 ਯਾਰਡ ਤੇ ਬਣਦਾ, ਤੇ ਇਹ ਗਨ 100 ਯਾਰਡ ਤੇ ਜ਼ੀਰੋ ਹੈ। ਜੇ ਇਸ ਗਨ ਦਾ ਪੁਆਇੰਟ ਆਫ ਏਮ ਤੇ ਪੁਆਇੰਟ ਆਫ ਇੰਪੈਕਟ 500 ਯਾਰਡ ਤੇ ਮੈਂ ਸੈੱਟ ਕਰ ਦਵਾਂ, ਉਹ ਸੈੱਟ ਕੀਤਾ ਜਾ ਸਕਦਾ। ਕਿੱਦਾਂ ਕਰਾਂਗੇ ਅਸੀਂ ਦੇਖਾਂਗੇ ਇਸ ਵੀਡੀਓ ਵਿੱਚ। ਤਾਂ ਇਸ ਗਨ ਨੂੰ ਆਪਾਂ ਕਹਾਂਗੇ ਜ਼ੀਰੋ ਕਿੰਨੇ ਤੇ ਹੋ ਗਈ ਹੈ, 500 ਯਾਰਡ ਤੇ। ਜੇ ਮੈਂ ਪੁਆਇੰਟ ਆਫ ਇੰਪੈਕਟ ਤੇ ਪੁਆਇੰਟ ਆਫ ਏਮ ਸੈੱਟ ਕਰ ਦਵਾਂ 1000 ਯਾਰਡ ਤੇ ਫਿਰ ਇਹ ਗਨ ਜ਼ੀਰੋ ਹੋ ਗਈ 1000 ਯਾਰਡ ਤੇ ਕਿੱਦਾਂ ਕਰਨਾ ਉਹ ਦੇਖਾਂਗੇ। ਤੁਸੀਂ ਕੀ ਹੁੰਦਾ, ਕਿੱਦਾਂ ਐਡਜਸਟ ਕਰੀਦਾ ਸਕੋਪ ਨੂੰ, ਕਿ ਵੀ ਹੁਣ ਜੇ ਤੁਸੀਂ ਕ੍ਰਾਸ ਹੇਅਰ 1000 ਯਾਰਡ ਤੇ ਰੱਖਿਆ ਤੇ 1000 ਯਾਰਡ ਤੇ ਗੋਲੀ ਵੱਜ ਰਹੀ ਹੈ, ਕਿੱਦਾਂ ਤੁਸੀਂ ਕਰਦੇ ਹੋ, ਇਹ ਅਸੀਂ ਸਾਰਾ ਇਸ ਵੀਡੀਓ ਵਿੱਚ ਦੇਖਾਂਗੇ। ਪਰ ਅਸੀਂ ਸਭ ਤੋਂ ਪਹਿਲਾਂ ਦੇਖਾਂਗੇ ਗਨ ਨੂੰ 100 ਯਾਰਡ ਤੇ ਜ਼ੀਰੋ ਕਿੱਦਾਂ ਕਰਨਾ, ਤੇ ਉਹਦੇ ਲਈ ਮੈਂ ਤੁਹਾਨੂੰ ਰੇਂਜ ਤੇ ਲੈ ਕੇ ਜਾਵਾਂਗਾ, ਤੇ ਰੇਂਜ ਤੇ ਜਾ ਕੇ ਤੁਸੀਂ ਦੇਖਿਓ ਤੇ ਵੀ ਅਸੀਂ ਕਿੱਦਾਂ ਗਨ ਨੂੰ 100 ਯਾਰਡ ਉੱਤੇ ਜ਼ੀਰੋ ਕਰਾਂਗੇ। ਸਿੰਘੋ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਇਹ ਹੁਣ ਅਸੀਂ ਆਪਣੀ ਰੇਂਜ ਉੱਤੇ ਆ ਗਏ ਹਾਂ। ਆ ਨਵੀਂ ਰੇਂਜ ਹੈ ਜਿਹਦਾ ਮੈਂ ਮੈਂਬਰ ਬਣਿਆ, ਮੇਰੇ ਘਰ ਦੇ ਬਹੁਤ ਲਾਗੇ ਆ। ਵੈਸੇ ਤਾਂ ਘਰ ਦੇ ਲਾਗੇ ਆਪਣੇ ਪਹਾੜ ਵੀ ਹੈਗੇ ਨੇ ਜਿੱਥੇ ਜਾ ਕੇ ਮੈਂ ਸ਼ੂਟ ਕਰ ਸਕਦਾ, ਲੇਕਿਨ ਕਿਉਂਕਿ ਰੇਂਜ ਤੇ ਆ ਕੇ ਬੈਂਚ ਹੁੰਦਾ, ਟਾਰਗੇਟ ਦਾ ਡਿਸਟੈਂਸ ਸੈੱਟ ਹੁੰਦਾ, ਈਜ਼ੀ ਹੋ ਜਾਂਦਾ ਵੀਡੀਓ ਸ਼ੂਟ ਕਰਨਾ, ਤੇ ਇਸ ਕਰਕੇ ਰੇਂਜ ਤੇ ਸ਼ੂਟ ਕਰ ਰਹੇ ਹਾਂ। ਆਹ ਜਿਹੜਾ ਮੇਰੇ ਪਿੱਛੇ ਹੁਣ ਸਭ ਤੋਂ ਪਹਿਲਾਂ ਅਸੀਂ ਕੰਮ ਕਰਾਂਗੇ, ਰਾਈਫਲ ਅਸੀਂ ਲਾ ਲਈ ਹੈ। ਪਿੱਛੇ ਤੁਸੀਂ ਦੇਖ ਰਹੇ ਹੋ ਜਿੱਥੇ ਬੋਰਡ ਲੱਗੇ ਨੇ 100 ਯਾਰਡ ਹੈ, 100 ਯਾਰਡ ਤੇ ਜਾ ਕੇ ਪਹਿਲਾਂ ਅਸੀਂ ਟਾਰਗੇਟ ਲਾਵਾਂਗੇ। ਆਹ ਸਪਲੈਟਰ ਟਾਰਗੇਟ ਆ, ਆਹ ਸਟੈਪਲਰ ਹੈ, ਤੇ ਜਾ ਕੇ ਟਾਰਗੇਟ ਲਾ ਕੇ 100 ਯਾਰਡ ਉੱਤੇ ਫਿਰ ਆ ਕੇ ਅਸੀਂ ਸ਼ੂਟ ਕਰਾਂਗੇ, ਫਿਰ ਦੇਖਾਂਗੇ ਗਨ ਨੂੰ ਜ਼ੀਰੋ ਕਿੱਦਾਂ। ਇਹ ਹੁਣ ਮੈਂ ਆਪਣਾ ਟਾਰਗੇਟ ਲਾ ਦਿੱਤਾ, ਠੀਕ ਹੈ। ਪਿੱਛੇ ਗਨ ਪਈ ਹੈ 100 ਯਾਰਡ ਉੱਤੇ, ਤੇ ਆ ਜਿਹੜਾ ਟਾਰਗੇਟ ਹੈ, ਮੈਂ ਸਭ ਤੋਂ ਪਹਿਲਾਂ ਕੀ ਕਰਾਂਗਾ, ਮੈਂ ਸਭ ਤੋਂ ਪਹਿਲਾਂ ਆ ਜਿਹੜੀ ਬਾਟਮ ਵਾਲਾ ਖੱਬਾ ਜਿਹੜਾ ਬੁਲਸਆਈ ਹੈ ਇਹਦੇ ਤੇ ਏਮ ਕਰਾਂਗਾ ਤੇ 3 ਸ਼ਾਟ ਫਾਇਰ ਕਰਾਂਗਾ। ਤੇ ਫਿਰ ਅਸੀਂ ਦੇਖਾਂਗੇ ਕਿ ਉਹ 3 ਸ਼ਾਟ ਇੱਥੇ ਵੱਜਦੇ ਨੇ ਜਾਂ ਕਿਤੇ ਹੋਰ ਵੱਜਦੇ ਨੇ, ਉੱਪਰ ਵੱਜਦੇ ਨੇ, ਸੱਜੇ ਵੱਜਦੇ ਨੇ, ਕਿੱਥੇ ਵੱਜਦੇ ਨੇ। ਫਿਰ ਅਸੀਂ ਜਿੱਥੇ ਉਹ ਵੱਜੇ ਹੋਣਗੇ ਅਸੀਂ ਹੌਲੀ ਹੌਲੀ ਅਸੀਂ ਐਡਜਸਟਮੈਂਟ ਕਰਕੇ ਸਕੋਪ ਦੀ ਉਹਨੂੰ ਬਿਲਕੁਲ ਉੱਥੇ ਲੈ ਕੇ ਆਵਾਂਗੇ ਸੈਂਟਰ 'ਚ। ਤੇ ਤੁਸੀਂ ਦੇਖਦੇ ਜਾਓ। ਹੁਣ ਯਾਦ ਰੱਖਿਓ, ਮੈਂ ਬਾਟਮ ਤੇ ਆ ਜਿਹੜਾ ਖੱਬੇ ਵਾਲਾ ਗੋਲਾ ਇਹਦੇ ਬਿਲਕੁਲ ਸੈਂਟਰ ਉੱਤੇ ਏਮ ਕਰਕੇ ਸ਼ੂਟ ਕਰਾਂਗਾ, ਪਹਿਲਾ ਜਿਹੜਾ ਗਰੁੱਪ ਹੈ। ਹਾਂ ਸਿੰਘੋ, ਤੇ ਹੁਣ ਅਸੀਂ ਟਾਰਗੇਟ ਲਾ ਲਿਆ ਤੇ ਹੁਣ ਅਸੀਂ ਫਾਇਰ ਕਰਾਂਗੇ ਤੇ ਦੇਖਾਂਗੇ ਗਨ ਜ਼ੀਰੋ ਕਿੱਦਾਂ ਹੁੰਦੀ ਹੈ। ਪਿੱਛੇ ਮੇਰੀ ਗਨ ਪਈ ਹੈ ਤੇ ਤੁਸੀਂ ਦੇਖਿਓ ਕੀ ਹੁੰਦਾ। ਸਿੰਘੋ ਹੁਣ ਤੁਹਾਨੂੰ ਟਾਰਗੇਟ ਨਜ਼ਰ ਆ ਰਿਹਾ ਮੇਰੇ ਸਕੋਪ ਵਿੱਚੋਂ, ਤੇ ਅਸੀਂ ਜਿਹੜਾ ਬਾਟਮ ਵਾਲਾ ਖੱਬੇ ਵਾਲਾ ਜਿਹੜਾ ਬੂਜ਼ ਆਈ ਆ ਇਹਦੇ ਉੱਪਰ ਏਮ ਕਰਾਂਗੇ ਤੇ ਸ਼ੂਟ ਕਰਾਂਗੇ, ਏਮ ਕਰਾਂਗੇ ਤੇ ਸ਼ੂਟ ਕਰਾਂਗੇ। ਤੇ ਤੁਹਾਨੂੰ ਦਿਖ ਰਿਹਾ ਖੱਬੇ ਵਾਲਾ ਬੂਜ਼ ਆਈ, राउंड चेंज करिए।
ਫਿਰ ਏਮ ਕੀਤਾ ਉੱਥੇ ਬੁਲਦਾਈ ਤੇ, ਆਪਾਂ ਏਮ ਨਹੀਂ ਚੇਂਜ ਕਰਨਾ, ਰਾਊਂਡ ਜਿੱਥੇ ਮਰਜ਼ੀ ਵੱਜਦਾ ਹੋਵੇ। ਫਿਰ ਜਾ ਕੇ ਦੇਖਾਂਗੇ ਕਿੱਥੇ ਕੁੜੀ ਵੱਜੀ ਹੈ। ਅਸੀਂ 3 ਰਾਊਂਡ ਸ਼ੂਟ ਕਰ ਲੈਣੇ ਤੇ ਹੁਣ ਜਾ ਕੇ ਦੇਖਾਂਗੇ ਗੋਲੀ ਵੱਜੀ ਕਿੱਥੇ ਹੈ। ਤੇ ਆਓ ਸਿੰਘੋ ਤੁਹਾਨੂੰ ਹੁਣ ਟਾਰਗੇਟ ਦਿਖਾਈਏ। ਪਿੱਛੇ ਦੇਖੋ ਤੜ ਚੱਲ ਰਹੀ ਹੈ ਤੇ ਮੈਚ ਚੱਲਦਾ ਲੱਗਦਾ। ਟੈਕਟੀਕਲ ਮੈਚ ਹੈ ਤੇ ਇਹਦੇ ਵਿੱਚ ਇੰਨੀ ਫਾਸਟ ਫਾਇਰਿੰਗ ਦੀ ਲੋੜ ਪੈਂਦੀ। ਪਰ ਆਓ ਹੁਣ ਤੁਹਾਨੂੰ ਦਿਖਾਈਏ ਜਾ ਕੇ ਕਿ ਅਸੀਂ ਏਮ ਕਿੱਥੇ ਕਰ ਰਹੇ ਸੀ ਤੇ ਗੋਲੀ ਵੱਜੀ ਕਿੱਥੇ ਰਹੀ ਹੈ। 100 ਯਾਰਡ ਤੇ, ਇਹ ਯਾਦ ਰੱਖਣਾ ਅਸੀਂ 100 ਯਾਰਡ ਤੇ ਕਰ ਰਹੇ ਹਾਂ, ਨਾ ਕਿ 50 ਯਾਰਡ ਤੇ ਜਾਂ 150 ਯਾਰਡ ਤੇ ਜਾਂ 200 ਯਾਰਡ ਤੇ। 100 ਯਾਰਡ ਤੇ 0 ਕਰਨ ਦਾ ਮੰਤਵ ਕੀ ਹੈ ਤੇ ਫਾਇਦਾ ਕੀ ਹੈ, ਇਹ ਮੈਂ ਤੁਹਾਨੂੰ ਸਮਝਾਵਾਂਗਾ। ਓਕੇ, ਠੰਡ ਬਹੁਤ ਅੱਜ। ਓਕੇ, ਲੈਟ ਅਸ ਸੀ। ਹਾਂ, ਹੁਣ ਦੇਖੋ ਸਿੰਘੋ, ਅਸੀਂ ਏਮ ਇੱਥੇ ਕਰ ਰਹੇ ਸੀ ਲੇਕਿਨ ਗੋਲੀ ਵੱਜ ਰਹੀ ਹੈ ਇੱਥੇ। ਕਿੰਨੇ ਇੰਚ ਹੋ ਗਿਆ? 1 2 3 4 5, 5.5 ਇੰਚ। 5.5 ਇੰਚ ਗੋਲੀ ਉੱਪਰ ਵੱਜ ਰਹੀ ਹੈ। ਆਹ ਦੇਖ ਰਹੇ ਹੋ, ਆਹ ਜਿਹੜੇ ਨਿਸ਼ਾਨ ਨੇ ਇਹ ਸਾਡੀ ਗੋਲੀਆਂ ਦੇ ਨੇ। ਤੇ 5.5 ਇੰਚ ਉੱਪਰ ਤੇ ਅੱਧਾ ਇੰਚ ਸੱਜੇ ਨੂੰ ਵੱਜ ਰਹੀ ਹੈ। ਜੇ ਮੈਨੂੰ 5.5 ਇੰਚ ਥੱਲੇ ਲਿਆਵਾਂ ਤੇ ਅੱਧਾ ਇੰਚ ਖੱਬੇ ਨੂੰ ਲਿਆਵਾਂ ਤਾਂ ਬਿਲਕੁਲ ਸੈਂਟਰ 'ਤੇ ਵੱਜੇਗੀ, ਹੈ ਨਾ। ਤੇ ਹੁਣ ਆਪਾਂ ਲੈ ਕੇ ਕਿੱਦਾਂ ਆਉਣਾ? ਹੁਣ 5.5 ਇੰਚ ਜਿਹੜਾ ਡਿਸਟੈਂਸ ਹੈ ਨਾ, ਇਹ ਆਪਾਂ ਮੇਰਾ ਜਿਹੜਾ ਸਕੋਪ ਹੈ ਉਹਦੇ ਵਿੱਚ ਜਿਹੜੀ ਐਡਜਸਟਮੈਂਟ ਹੈ ਉਹ ਮਿਲਸ 'ਚ ਹੈਗੀ ਹੈ। ਤੇ ਅਸੀਂ ਜਾ ਕੇ ਦੇਖਾਂਗੇ ਉਹ ਮਿਲ 'ਚ ਐਡਜਸਟਮੈਂਟ ਕਿੱਦਾਂ ਕਰਨੀ ਹੈ। ਤੇ ਆਓ ਜਾ ਕੇ ਸਕੋਪ ਵੱਲ ਦੇਖੀਏ। ਤੇ ਆਹ ਜਿਹੜਾ ਹੁਣ ਮੈਂ ਏਮ ਇੱਥੇ ਕਰ ਰਿਹਾ ਸੀ ਕ੍ਰੋਸ ਏਅਰ, ਗੋਲੀ ਉੱਪਰ ਵੱਜ ਰਹੀ ਹੈ, ਤਾਂ ਮੈਂ ਕੀ ਕਰ ਸਕਦਾ? ਜਾਂ ਜੇ ਮੈਂ ਡਿਜੀਟਲੀ ਕ੍ਰੋਸ ਏਅਰ ਨੂੰ ਉੱਪਰ ਕਰ ਦੇਵਾਂ, ਰਾਈਟ, 5.5 ਇੰਚ। ਜੇ 5.5 ਇੰਚ ਕ੍ਰੋਸ ਏਅਰ ਉੱਪਰ ਹੋ ਗਿਆ ਤਾਂ ਫਿਰ ਮੈਨੂੰ ਇੱਥੇ ਏਮ ਕਰਨ ਲਈ ਉਹਨੂੰ ਥੱਲੇ ਕਰਨਾ ਪਏਗਾ। ਜਦ ਮੈਨੂੰ ਥੱਲੇ ਕਰਾਂਗਾ ਤਾਂ ਇਹ ਜਿਹੜਾ ਇੰਪੈਕਟ ਆਪਣੇ ਆਪ ਇੱਥੇ ਹੋਣਾ ਸ਼ੁਰੂ ਹੋ ਜਾਏਗਾ। ਇਹ ਸਮਝਾਉਣਾ ਮੈਂ ਤੁਹਾਨੂੰ, ਜਦ ਤੁਸੀਂ ਮੇਰਾ ਵੀਡੀਓ ਦੇਖੋਗੇ ਫਿਰ ਤੁਹਾਨੂੰ ਸਮਝ ਆਵੇਗਾ। ਹਾਂਜੀ, ਤਾਂ ਇਹ ਜਿਹੜਾ ਹਿੱਸਾ ਨਾ, ਇਹ ਸਮਝਣਾ ਬੜਾ ਜ਼ਰੂਰੀ ਹੈ। ਅਤੇ ਇਸ ਕਰਕੇ ਮੈਂ ਇੱਕ ਤੁਹਾਨੂੰ ਉਹਨੂੰ ਅਲੱਗ ਤਰੀਕੇ ਨਾਲ ਸਮਝਾਉਂਦਾ ਦੁਬਾਰਾ, ਤਾਂ ਕਿ ਤੁਸੀਂ ਪੂਰੇ ਕਲਿੱਪ ਨੂੰ ਫੋਲੋ ਕਰ ਸਕੋ। ਦੇਖੋ, ਜਿਹੜਾ ਆਪਣਾ ਮੈਂ ਏਮ ਕਰ ਰਿਹਾ ਸੀ ਖੱਬੇ ਵਾਲੀ ਬੁਲਜ਼ਆਈ ਬੋਟਮ ਉੱਤੇ, ਲੇਕਿਨ ਜਿੰਨੀਆਂ ਗੋਲੀਆਂ ਵੱਜੀਆਂ ਉਸ ਬੁਲਜ਼ਆਈ ਤੋਂ ਐਰੋ ਨੂੰ ਤੁਸੀਂ ਦੇਖੋਗੇ, ਐਰੋ ਦਾ ਪੂਰੀ ਜਿਹੜੀ ਹਾਈਟ ਹੈਗੀ ਹੈ 5.5 ਇੰਚ ਹੈ। ਤਾਂ 5.5 ਇੰਚ ਆਪਾਂ ਉੱਪਰ ਹਿੱਟ ਕਰ ਰਹੇ ਸੀ ਜਦੋਂ ਮੈਂ ਜਾ ਕੇ ਦੇਖਿਆ। ਤਾਂ ਹੁਣ ਮੈਨੂੰ ਕੀ ਐਡਜਸਟ ਕਰਨਾ? ਮੈਨੂੰ ਆਪਣੇ ਸਕੂਪ ਨੂੰ ਇੱਦਾਂ ਐਡਜਸਟ ਕਰਨਾ ਹੈ ਕਿ ਜਦ ਹੁਣ ਮੇਰਾ ਕ੍ਰੋਸ ਏਅਰ ਇਸ ਬੁਲਜ਼ਆਈ 'ਤੇ ਹੋਵੇ ਅਤੇ ਜਿਹੜੀ ਗੋਲੀਆਂ 5.5 ਇੰਚ ਉੱਪਰ ਨਾ ਵੱਜਣ, ਉਹ ਬਿਲਕੁਲ ਉੱਥੇ ਹੀ ਵੱਜਣ ਜਿੱਥੇ ਮੇਰਾ ਕ੍ਰੋਸ ਏਅਰ ਹੈ। ਅਤੇ ਮੈਨੂੰ ਆਪਣੇ ਸਕੋਪ 'ਚ ਹੁਣ 5.5 ਇੰਚ ਦੀ ਐਲੀਵੇਸ਼ਨ ਐਡਜਸਟਮੈਂਟ ਕਰਨੀ ਹੈ, ਐਲੀਵੇਸ਼ਨ ਥੱਲੇ ਲੈ ਕੇ ਆਉਣੀ ਹੈ। ਤਾਂ ਉਹ ਕਰਨ ਲਈ ਕੀ ਕਰਨਾ ਪਏਗਾ? ਦੇਖੋ, ਉਹਦੇ ਲਈ ਸਾਨੂੰ, ਮੇਰਾ ਜਿਹੜਾ ਸਕੋਪ ਹੈ ਉਹਦੇ ਵਿੱਚ ਜਿੰਨੀਆਂ ਐਡਜਸਟਮੈਂਟਸ ਹੁੰਦੀਆਂ ਨੇ ਉਹ ਨੌਬ ਹੁੰਦੀਆਂ ਨੇ, ਜਿਹੜੀ ਮੈਂ ਹੁਣ ਤੁਹਾਨੂੰ ਦਿਖਾਵਾਂਗਾ। ਉਹਦੇ ਵਿੱਚ ਐਡਜਸਟਮੈਂਟ ਮਿਲਜ਼ ਵਿੱਚ ਹੁੰਦੀ ਹੈ ਅਤੇ ਮਿਲਜ਼ ਨੂੰ ਸਮਝਣਾ ਜ਼ਰੂਰੀ ਹੈ। ਅਤੇ ਹੁਣ ਤੁਸੀਂ ਸਿਰਫ ਮੈਨੂੰ ਫੋਲੋ ਕਰੋ, ਮਿਲਜ਼ ਕੀ ਹੁੰਦੀਆਂ ਨੇ, ਉਹਨਾਂ ਦੀ ਸਾਇੰਸ ਕੀ ਹੈ, ਉਹ ਮੈਂ ਤੁਹਾਨੂੰ ਅਲੱਗ ਇੱਕ ਵੀਡੀਓ ਬਣਾਵਾਂਗਾ। ਬੜੀ ਆਸਾਨ ਜਿਹੀ ਚੀਜ਼ ਹੈ, ਬਟ ਹੁਣ ਤੁਸੀਂ just ਸਿਰਫ ਮੇਰੇ ਨੰਬਰਾਂ ਨੂੰ ਫੋਲੋ ਕਰੋ। ਦੇਖੋ ਜੀ, ਇੱਕ ਮਿਲ 100 ਯਾਰਡ 'ਤੇ 3.6 ਇੰਚ ਦੇ ਬਰਾਬਰ ਹੁੰਦਾ, ਠੀਕ ਹੈ। ਇਹ ਇੱਕ ਫੈਕਟ ਹੈ। ਇੱਕ ਮਿਲ 100 ਯਾਰਡ 'ਤੇ 3.6 ਇੰਚ ਦੇ ਬਰਾਬਰ ਹੁੰਦਾ। ਤਾਂ 5.5 ਇੰਚ ਕਿੰਨੇ ਮਿਲਜ਼ ਬਣੇ? ਸਿੰਪਲ ਮੈਥ ਹੈ, 1.5 ਮਿਲ 5.5 ਇੰਚ ਦੇ ਬਰਾਬਰ ਹੋ ਜਾਣਗੇ, ਠੀਕ ਹੈ ਜੀ। ਜੇ ਇੱਕ ਮਿਲ 3.6 ਇੰਚ ਦੇ ਬਰਾਬਰ ਹੈ ਤਾਂ 1.5 ਮਿਲ 3.6 ਨੂੰ ਜੇ 1.5 ਨਾਲ ਮਲਟੀਪਲਾਈ ਕਰੋਗੇ ਤਾਂ ਤੁਹਾਨੂੰ ਮਿਲੇਗਾ 5.5 ਇੰਚ। ਤਾਂ 1.5 ਮਿਲ ਇਜ਼ 5.5 ਇੰਚ ਐਟ 100 ਯਾਰਡਸ, ਠੀਕ ਹੈ ਜੀ। ਹੁਣ ਸਾਨੂੰ ਪਤਾ ਲੱਗ ਗਿਆ ਕਿ ਸਾਨੂੰ ਆਪਣੇ ਸਕੋਪ ਵਿੱਚ ਜੇ 5.5 ਇੰਚ ਦੀ ਐਡਜਸਟਮੈਂਟ ਕਰਨੀ ਹੈ ਤਾਂ ਇੱਕ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਕਿ 1.5 ਮਿਲ ਦੀ ਐਡਜਸਟਮੈਂਟ ਕਰਨੀ ਹੈ, ਠੀਕ ਹੈ ਜੀ। ਹੁਣ ਸਕੋਪ ਵਿੱਚ ਜਿਹੜਾ ਮੇਰਾ ਸਕੋਪ ਹੈ ਉਹਦੇ ਵਿੱਚ ਜਿਹੜੀ ਐਲੀਵੇਸ਼ਨ ਦੀ ਟਰਟ ਨੇ ਉਹ ਮਿਲਸ 'ਚ ਐਡਜਸਟ ਹੁੰਦੇ ਨੇ ਅਤੇ ਉਹਦੇ 'ਚ ਕਲਿੱਕ ਨੇ। ਜਦ ਆਪਾਂ ਉਹਨੂੰ ਘੁਮਾਉਂਦੇ ਹਾਂ ਤਾਂ ਇੱਕ ਕਲਿੱਕ ਕਰਕੇ ਆਵਾਜ਼ ਆਉਂਦੀ ਹੈ। ਅਤੇ ਹਰ ਇੱਕ ਕਲਿੱਕ ਮੇਰੇ ਸਕੋਪ ਵਿੱਚ
0.1 ਮਿਲ ਦੀ ਐਡਜਸਟਮੈਂਟ ਕਰਦਾ ਹੈ। ਠੀਕ ਹੈ ਜੀ, ਹਰ ਇੱਕ ਕਲਿੱਕ 0.1 ਮਿਲ ਦੀ ਐਡਜਸਟਮੈਂਟ ਕਰਦਾ ਐਲੀਵੇਸ਼ਨ ਵਿੱਚ। ਅਤੇ ਜੇ ਹਰ ਇੱਕ ਕਲਿੱਕ 0.1 ਮਿਲ ਦੀ ਐਡਜਸਟਮੈਂਟ ਕਰਦਾ ਅਤੇ ਮੈਨੂੰ 1.5 ਮਿਲ ਦੀ ਐਡਜਸਟਮੈਂਟ ਕਰਨੀ ਹੈ, ਅਤੇ ਟੋਟਲ ਮੈਨੂੰ ਕਿੰਨੇ ਕਲਿੱਕ ਮਾਰਨੇ ਪੈਣਗੇ ਆਪਣੇ ਸਕੋਪ ਵਿੱਚ? 0.1 ਇੰਟੂ 1.5 ਅਤੇ ਤੁਹਾਨੂੰ ਮਿਲੇਗਾ ਅਤੇ ਤੁਹਾਨੂੰ ਮਿਲਣਗੇ 15 ਕਲਿੱਕਸ। ਅਤੇ ਮੈਨੂੰ 15 ਕਲਿੱਕ ਟੋਟਲ ਆਪਣੇ ਐਲੀਵੇਸ਼ਨ ਵਾਲੇ ਸਕੋਪ ਟਰਟ ਨੂੰ ਘੁਮਾਉਣਾ ਪਊਗਾ ਤਾਂ ਜੋ ਕਿ ਉਹਦੇ ਵਿੱਚ 1.5 ਮਿਲ ਦੀ ਐਡਜਸਟਮੈਂਟ ਹੋਵੇ। ਅਤੇ ਹੁਣ ਅਸੀਂ ਵਾਪਸ ਜਾਵਾਂਗੇ, ਆਪਾਂ ਸਕੋਪ 'ਚ ਦੇਖਾਂਗੇ, ਸਕੋਪ ਦੇ ਉੱਤੇ ਐਰੋ ਲੱਗੀ ਹੋਏਗੀ ਡਾਊਨ ਔਰ ਅਪ। ਇੱਥੇ ਮੈਂ ਕਿਉਂਕਿ ਇੰਪੈਕਟ ਨੂੰ ਡਾਊਨ ਕਰਨਾ ਤਾਂ ਮੈਂ ਡਾਊਨ ਦੀ ਡਾਇਰੈਕਸ਼ਨ ਵੱਲ ਟਰਟ ਨੂੰ ਘੁਮਾਵਾਂਗਾ। ਕਿੰਨੇ ਕਲਿੱਕ ਘੁਮਾਵਾਂਗਾ? 15 ਕਲਿੱਕ। ਤੁਸੀਂ ਦੇਖਿਓ ਜਦੋਂ ਮੈਂ 15 ਕਲਿੱਕ ਘੁਮਾਵਾਂਗਾ ਅਤੇ ਮੇਰੀ ਜਿਹੜੀ ਸਕੋਪ ਦੇ ਅੰਦਰ ਜੋ ਵੀ ਕ੍ਰੋਸ ਹੇਅਰ ਹੈ, ਮੈਂ ਉਹਦਾ ਵੀਡੀਓ ਵੀ ਬਣਾਵਾਂਗਾ, ਤੁਹਾਨੂੰ ਵੀਡੀਓ ਵਿੱਚ ਦਿਖੇਗਾ ਉਹ ਕ੍ਰੋਸ ਹੇਅਰ ਕੀ ਕਰਦਾ। ਉਹ ਤੁਸੀਂ ਦੇਖੋਗੇ ਕ੍ਰੋਸ ਹੇਅਰ ਥੱਲੇ ਤੋਂ ਉੱਪਰ ਨੂੰ ਜਾਣਾ ਸ਼ੁਰੂ ਹੋ ਜਾਏਗਾ। ਚੰਗਾ ਜੀ, ਸਿੰਘੋ ਹੁਣ ਅਸੀਂ ਵਾਪਸ ਆ ਗਏ ਅਤੇ ਟਾਰਗੇਟ ਉੱਥੇ ਲੱਗਾ। ਤੁਸੀਂ ਦੇਖਿਆ ਸੀ ਕਿ ਜਿਹੜਾ ਮੇਰਾ ਇੰਪੈਕਟ ਹੈ ਉਹ 5.5 ਇੰਚ ਉੱਤੇ ਹੋ ਰਿਹਾ ਅਤੇ ਅੱਧਾ ਇੰਚ ਸੱਜੇ ਨੂੰ ਹੋ ਰਿਹਾ। ਹੁਣ ਜਿਹੜਾ ਸਕੋਪ ਹੈ ਇਹਦੇ ਵਿੱਚ ਦੋ ਐਡਜਸਟਮੈਂਟ, ਇੱਕ ਐਲੀਵੇਸ਼ਨ ਐਡਜਸਟਮੈਂਟ ਉੱਤੇ ਹੁੰਦੀ ਹੈ, ਵਿੰਡੇਜ ਐਡਜਸਟਮੈਂਟ ਸੱਜੇ ਪਾਸੇ। ਵਿੰਡੇਜ ਮਤਲਬ ਖੱਬੇ ਜਾਂ ਸੱਜੇ ਐਡਜਸਟ ਕਰਨਾ ਇੰਪੈਕਟ ਨੂੰ। ਹੁਣ ਜਿਹੜੀ ਐਲੀਵੇਸ਼ਨ ਐਡਜਸਟਮੈਂਟ ਹੈ, ਸਾਨੂੰ ਪਤਾ ਕਿ 5.5 ਇੰਚ ਉੱਤੇ ਵੱਜ ਰਿਹਾ, ਅਸੀਂ ਆਪਣਾ ਇੰਪੈਕਟ 5.5 ਇੰਚ ਥੱਲੇ ਲੈ ਕੇ ਆਉਣਾ। ਤਾਂ ਤੁਸੀਂ ਦੇਖੋ ਐਲੀਵੇਸ਼ਨ ਐਡਜਸਟਮੈਂਟ 'ਚ ਲੱਗਿਆ ਨੌਬ, ਕਹਿੰਦਾ ਅਪ। ਜੇ ਇੰਪੈਕਟ ਨੂੰ ਉੱਪਰ ਲੈ ਕੇ ਜਾਣਾ ਤਾਂ ਇਹਨੂੰ ਖੱਬੇ ਨੂੰ ਘੁਮਾਓ, ਅਤੇ ਜੇ ਇੰਪੈਕਟ ਨੂੰ ਥੱਲੇ ਲੈ ਕੇ ਆਉਣਾ ਤਾਂ ਇਹਨੂੰ ਸੱਜੇ ਨੂੰ ਘੁਮਾਓ। ਠੀਕ ਹੈ, ਹੁਣ ਸਾਨੂੰ ਪਤਾ ਹੋਣਾ ਚਾਹੀਦਾ ਵੀ ਕਿੰਨੇ ਕਲਿੱਕ ਅਸੀਂ ਖੱਬੇ ਸੱਜੇ ਘੁਮਾਈਏ। ਹੁਣ ਮੈਨੂੰ ਪਤਾ ਕਿ ਮੈਂ ਡਾਊਨ ਨੂੰ ਕਰਨਾ ਹੈ, ਡਾਊਨ ਮਤਲਬ ਕਿ ਮੈਨੂੰ ਇਹਨੂੰ ਸੱਜੇ ਨੂੰ ਘੁਮਾਉਣਾ, ਪਰ ਕਿੰਨੇ ਕਲਿੱਕ? 5.5 ਇੰਚ ਮਤਲਬ ਕਿ 100 ਯਾਰਡ 'ਤੇ 5.5 ਇੰਚ ਨੂੰ ਆਪਾਂ ਜੇ ਕਨਵਰਟ ਕਰੀਏ ਤਾਂ ਉਹ ਕਨਵਰਟ ਹੁੰਦਾ ਹੈਗਾ ਆ 1.5 ਮਿਲ 'ਚ। ਅਤੇ ਇਹਦੇ 'ਚ ਹਰ ਕਲਿੱਕ 0.1 ਮਿਲ ਹੈ, ਅਤੇ ਹੁਣ ਪੁਆਇੰਟ 'ਤੇ ਮੈਨੂੰ 1.5 ਮਿਲ ਕਰਨਾ, ਦੈਟ ਮੀਨਸ ਕਿ 15 ਕਲਿੱਕ। ਅਤੇ ਮੈਨੂੰ 15 ਕਲਿੱਕ ਇਹਨੂੰ ਆਈ ਨੂੰ ਘੁਮਾਉਣਾ ਹੈ। ਅਤੇ ਹੁਣ ਅਤੇ ਪਰ ਮੈਂ ਤੁਹਾਨੂੰ ਸਕੋਪ ਵਿੱਚ ਵੀ ਦਿਖਾਵਾਂਗਾ ਜਦੋਂ 15 ਕਲਿੱਕ ਆਈ ਨੂੰ ਘੁਮਾਉਣਾ ਹੈ ਸੱਜੇ ਪਾਸੇ ਨੂੰ, ਅਤੇ ਸਕੋਪ 'ਚ ਕੀ ਹੋ ਰਿਹਾ ਤਾਂ ਤੁਹਾਨੂੰ ਸਮਝ ਆ ਜਾਏਗਾ ਕਿਉਂ ਆਏ 15 ਕਲਿੱਕ ਇੱਧਰ ਨੂੰ ਘੁਮਾਉਣਾ। ਹੁਣ ਦੇਖੋ ਸਿੰਘੋ, ਮੈਂ ਇੱਥੇ ਏਮ ਕਰ ਰਿਹਾ ਸੀ, ਹੁਣ ਮੈਂ ਇਹਨੂੰ 15 ਕਲਿੱਕ ਆਪਣੀ ਐਲੀਵੇਸ਼ਨ ਨੌਬ ਨੂੰ ਸੱਜੇ ਨੂੰ ਘੁਮਾਵਾਂਗਾ। ਦੇਖੋ ਪਹਿਲਾ ਕਲਿੱਕ ਹੁੰਦਾ ਕੀ ਹੈ, ਜਦ ਮੈਂ ਨੌਬ ਨੂੰ ਸੱਜੇ ਨੂੰ ਘੁਮਾਉਣਾ, ਤੁਸੀਂ ਦੇਖੋਗੇ ਜਿਹੜਾ ਕ੍ਰੋਸ ਹੇਅਰ ਹੈ ਉੱਪਰ ਨੂੰ ਮੂਵ ਕਰਨਾ ਸ਼ੁਰੂ ਹੋ ਜਾਏਗਾ। 1 2 3 4 5 6 7 8 9 10 11 12 13 14 15। ਦੇਖੋ ਜੀ ਕ੍ਰੋਸ ਹੇਅਰ ਹੋ ਗਿਆ, ਉੱਪਰ ਮੂਵ ਹੋ ਗਿਆ ਬਿਲਕੁਲ ਜਿੱਥੇ ਇੰਪੈਕਟ ਦੀ ਐਲੀਵੇਸ਼ਨ ਹੈ। ਹੁਣ ਕਿਆ ਹੋ ਗਿਆ ਕਿ ਕ੍ਰੋਸ ਹੇਅਰ ਮੈਂ 15 ਕਲਿੱਕ ਉੱਤੇ ਨੂੰ ਮੂਵ ਕਰਾਤਾ, ਤਾਂ ਹੁਣ ਜੇ ਮੈਨੂੰ ਉਸ ਦੀ ਬੁਲਜ਼ਾਈ 'ਤੇ ਏਮ ਕਰਨਾ ਹੈ ਤਾਂ ਮੈਨੂੰ ਇਹਨੂੰ ਥੱਲੇ ਕਰਨਾ ਪਵੇਗਾ। ਜਦ ਮੈਂ ਹੁਣ ਥੱਲੇ ਕਰਾਂਗਾ ਅਤੇ ਹੁਣ ਤੁਸੀਂ ਦੇਖੋ ਜਿਹੜਾ ਇੰਪੈਕਟ ਬਿਲਕੁਲ ਉਹਦੇ ਨੇੜੇ ਹੋਵੇਗਾ, ਬੁਲਜ਼ਾਈ ਦੇ ਹੋਵੇਗਾ ਕਿ ਨਹੀਂ। ਦੁਬਾਰਾ ਕਰਕੇ ਦੇਖਦੇ ਹਾਂ, ਠੀਕ ਹੈ ਨਾ। ਅਤੇ ਹੁਣ ਹੀ ਸ਼ੂਟ ਕਰਦੇ ਹਾਂ ਅਤੇ ਦੇਖਦੇ ਹਾਂ ਹੁਣ ਇੰਪੈਕਟ ਕਿੱਥੇ ਪੈਂਦਾ। ਅਸੀਂ ਏਮ ਕੀਤਾ ਹੁਣ ਬੁਲਜ਼ਾਈ 'ਤੇ, ਅਸੀਂ ਏਮ ਬੁਲਜ਼ਾਈ 'ਤੇ ਕਰਦੇ ਰਹਿਣਾ। ਤੁਸੀਂ ਦੇਖ ਰਹੇ ਹੋ ਇੰਪੈਕਟ ਆ ਗਿਆ ਥੱਲੇ, ਹਾਲੇ ਵੀ ਸੱਜੇ ਹੋ ਰਿਹਾ 1 ਇੰਚ, ਕਿਉਂਕਿ ਆਪਾਂ ਵਿੰਡੇਜ ਦੀ ਐਡਜਸਟਮੈਂਟ ਨਹੀਂ ਕੀਤੀ। ਅਤੇ ਜੇ ਆਪਾਂ ਵਿੰਡ ਦੀ ਵੀ ਐਡਜਸਟਮੈਂਟ ਕਰ ਦਾਂਗੇ ਤਾਂ ਤੁਸੀਂ ਦੇਖੋਗੇ ਕਿ ਜੇ ਆਪਾਂ ਵਿੰਡ ਦੀ ਐਡਜਸਟਮੈਂਟ ਕਰਾਂਗੇ ਅਤੇ ਉਹ ਵੀ ਕਿਆ ਕਹਿੰਦੇ ਇੰਪੈਕਟ ਬਿਲਕੁਲ ਸੈਂਟਰ 'ਤੇ ਆ ਜਾਏਗਾ। ਤੁਹਾਨੂੰ ਵਿੰਡੇ ਦੀ ਵੀ ਐਡਜਸਟਮੈਂਟ ਸਿਖਾਉਂਦੇ ਹਾਂ ਹੁਣ, ਕਿਉਂਕਿ ਤੁਸੀਂ ਸਕੋਪ 'ਚ ਦੇਖ ਹੀ ਰਹੇ ਹੋ ਕਿ ਇੰਪੈਕਟ ਸੱਜੇ ਹੋ ਰਿਹਾ, ਐਲੀਵੇਸ਼ਨ ਸਾਡੀ ਕਰੈਕਟ ਹੋ ਗਈ। ਇੰਪੈਕਟ ਹੁਣ ਸੱਜੇ ਪਾਸੇ ਹੋ ਰਿਹਾ, ਰਾਈਟ। ਸੱਜੇ ਪਾਸੇ ਕਿੰਨਾ 1 ਇੰਚ ਲਾ ਲਓ ਤੁਸੀਂ, ਅਤੇ ਇਹਦਾ ਇੰਪੈਕਟ ਅਸੀਂ ਹੁਣ ਖੱਬੇ ਨੂੰ ਕਰਨਾ। ਅਤੇ ਦੇਖੋ ਕਿੱਦਾਂ ਕਰਦੇ ਹਾਂ। ਹਾਂਜੀ,
ਤੇ ਐਲੀਵੇਸ਼ਨ ਐਡਜਸਟਮੈਂਟ ਅਸੀਂ ਸਹੀ ਕਰ ਲਈ। ਹੁਣ ਵਿੰਡੇਜ ਦੀ ਕਰਾਂਗੇ। ਵਿੰਡੇ ਦਾ ਤੁਸੀਂ ਐਰੋ ਦੇਖੋ ਕੀ ਹੈ, ਇੱਧਰ ਨੂੰ ਰਾਈਟ ਨੂੰ ਇੰਪੈਕਟ ਸ਼ਿਫਟ ਹੁੰਦਾ ਤੇ ਜੇ ਇੱਧਰ ਨੂੰ ਕਰਾਂਗੇ ਤਾਂ ਲੈਫਟ ਨੂੰ ਇੰਪੈਕਟ ਸ਼ਿਫਟ ਹੋਏਗਾ। ਤੇ ਹਰ ਇੰਚ ਹਰ ਕਲਿੱਕ 0.1 ਮਿਲ ਤੇ 1 ਇੰਚ ਆਪਣਾ ਅਰਾਊਂਡ ਪੁਆਇੰਟ ਜਿਹੜਾ 1 ਇੰਚ ਹੁਣ 0.1 ਮਿਲ ਇਹਦੇ ਵਿੱਚ 0.1 ਮਿਲ 100 ਯਾਰਡ ਤੇ 0.3 ਇੰਚ ਹੁੰਦਾ। ਤੇ ਜੇ ਆਪਾਂ 1 ਇੰਚ ਕਰਨਾ ਆ ਤਾਂ 3 ਕਲਿੱਕ, ਆਪਾਂ 3 ਨਹੀਂ ਕਰਦੇ 2 ਕਲਿੱਕ ਕਰਦੇ ਹਾਂ। ਦੇਖੋ ਕੀ ਹੁੰਦਾ। ਹੁਣ ਮੈਂ ਆਹ ਦੇਖੋ ਜੀ, ਹੁਣ ਇੰਪੈਕਟ ਨੂੰ ਮੈਂ 1 ਇੰਚ ਖੱਬੇ ਨੂੰ ਸ਼ਿਫਟ ਕਰਨਾ ਹੈ ਤੇ ਦੇਖੋ ਮੈਂ ਕੀ ਕਰਨਾ, 1 ਕਲਿੱਕ 2 ਕਲਿੱਕ, ਠੀਕ ਹੈ ਜੀ। ਤੇ ਹੁਣ ਅਸੀਂ ਕਰਦੇ ਹਾਂ, ਦੇਖਦੇ ਹਾਂ ਵੀ ਇੰਪੈਕਟ ਖੱਬੇ ਵੀ ਸ਼ਿਫਟ ਹੋਇਆ ਕਿ ਨਹੀਂ। ਹੁਣ ਅਸੀਂ ਇਹ ਵਾਲੀ ਤੇ ਏਮ ਕਰਨ ਦੀ ਬਜਾਏ ਇੱਧਰ ਏਮ ਕਰਦੇ ਹਾਂ, ਸੱਜੇ ਵਾਲੀ ਬੁਲਦਾਈ ਤੇ। ਹੁਣ ਕਾਫੀ ਨੇੜੇ ਆ ਜਾਣਾ ਚਾਹੀਦਾ ਬੁਲਦਾਈ ਦੇ। ਹੁਣ ਦੂਸਰਾ ਸ਼ਾਟ ਲੈਂਦੇ ਹਾਂ। देख रहे हो जी इंपैक्ट। हुण तीजा शॉट लेने। देख रहे हो जी इंपैक्ट। और जी देखो, मैं 3 शॉट लिते ने ते इन्हां दा इंपैक्ट देखो तुसीं, बिल्कुल बुलदाई ते होया, क्योंकि मैं हाइट ते दोनों एडजस्ट कर दिते सी। ठीक है जी, हुण जाके देखते हैं। हाँ जी ਸਿੰਘੋ, ਤੇ ਹੁਣ ਅਸੀਂ ਰੇਂਜ ਤੋਂ ਵਾਪਸ ਆ ਗਏ। ਜਿਵੇਂ ਤੁਸੀਂ ਦੇਖਿਆ ਹੀ ਹੈ ਕਿ ਅਸੀਂ ਕਿੱਦਾਂ ਰਾਈਫਲ ਨੂੰ 100 ਯਾਰਡ ਤੇ ਜ਼ੀਰੋ ਕੀਤਾ। ਹੁਣ ਇਹ ਰਾਈਫਲ ਜਿਹੜੀ ਸਨਾਈਪਰ ਰਾਈਫਲ ਤੁਸੀਂ ਦੇਖ ਰਹੇ ਹੋ 100 ਯਾਰਡਸ ਤੇ ਜ਼ੀਰੋ ਹੋ ਗਈ ਹੈ। ਹੁਣ ਜਦ ਵੀ ਮੈਂ ਇਹਨੂੰ 200 ਯਾਰਡ ਤੇ ਸ਼ੂਟ ਕਰਨਾ ਜਾਂ 500 ਯਾਰਡ ਤੇ ਸ਼ੂਟ ਕਰਨਾ ਜਾਂ 1000 ਯਾਰਡ ਤੇ ਸ਼ੂਟ ਕਰਨਾ ਜਾਂ 1500 ਯਾਰਡ ਤੇ ਵੀ ਸ਼ੂਟ ਕਰਨਾ, ਤੇ ਇਹ ਤਾਂ ਰਾਈਫਲ 1800 ਯਾਰਡ ਤੱਕ ਵੀ ਜਾਂਦੀ ਹੈ। ਉਸ ਤੋਂ ਜ਼ਿਆਦਾ, ਉਸ ਤੋਂ ਅੱਗੇ ਵਾਲੀ ਜਿਹੜੀ ਰਾਈਫਲ ਆ, ਦੂਜੀ ਰਾਈਫਲ ਮੈਂ ਵਰਤਦਾ 1800 ਯਾਰਡ ਤੱਕ ਇਸ ਨੂੰ ਆਪਾਂ ਯੂਜ਼ ਕਰ ਸਕਦੇ ਹਾਂ। ਇਹ 6.5 ਕਰੀਡ ਮੋਰਚਾ ਤੇ 1800 ਯਾਰਡ ਤੱਕ ਸ਼ੂਟ ਕਰਨਾ। ਤੇ ਮੈਂ ਉਹਨੂੰ ਸਿਰਫ ਸਕੋਪ ਵਿੱਚ ਐਲੀਵੇਸ਼ਨ ਦੀ ਐਡਜਸਟਮੈਂਟ ਕਰਨੀ ਤੇ ਵਿੰਡ ਦੀ, ਡਿਪੈਂਡਿੰਗ ਔਨ ਕਿੰਨੀ ਵਿੰਡ ਬਲੋ ਕਰ ਰਹੀ ਤੇ ਕਿੰਨਾ ਆਪਾਂ ਦੂਰ ਸ਼ੂਟ ਕਰ ਰਹੇ ਹਾਂ। ਕਿਉਂਕਿ ਹੁਣ ਉਹ ਆਪਾਂ ਕਿੱਦਾਂ ਕਰਨੀ ਹੈ, ਜੇ ਆਪਾਂ 100 ਯਾਰਡ ਤੇ ਜ਼ੀਰੋ ਕੀਤੀ ਹੋਈ ਰਾਈਫਲ ਨਾਲ ਆਪਾਂ ਕਿੱਦਾਂ 500 ਯਾਰਡ ਤੇ ਸ਼ੂਟ ਕਰਦੇ ਹਾਂ, ਲੰਬੇ ਡਿਸਟੈਂਸ ਤੇ ਆਪਾਂ ਉਹਨੂੰ ਸ਼ੂਟ ਕਰਦੇ ਹਾਂ, ਉਹ ਫਿਰ ਮੈਂ ਤੁਹਾਨੂੰ ਅਗਲੇ ਵੀਡੀਓ ਵਿੱਚ ਸਿਖਾਵਾਂਗਾ। ਲੇਕਿਨ ਸਭ ਤੋਂ ਜ਼ਰੂਰੀ ਜਿਹੜਾ ਹੈਗਾ, ਕੋਈ ਵੀ ਤੁਸੀਂ ਬੰਦੂਕ ਲੈਣੀ ਹੈ ਉਹਨੂੰ ਤੁਸੀਂ ਜ਼ੀਰੋ ਕਰਨਾ। ਹੁਣ ਤੁਹਾਨੂੰ ਮੈਂ ਇਹਦੇ ਵਿੱਚ ਕਿਹੜੀ ਦਿਖਾਉਣਾ, ਜਿਵੇਂ ਹੈਂਡਗਨ ਹੈ, ਹੈਂਡਗਨ ਦੇ ਅੰਦਰ ਵੀ ਸਾਈਟ ਹੈ। ਪਿੱਛੇ ਆ ਦੇਖੋ ਬੈਕ ਸਾਈਟ ਲੱਗੀ, ਰਾਈਟ, ਤੇ ਆ ਅੱਗੇ ਫਰੰਟ ਸਾਈਟ ਹੈ। ਠੀਕ ਹੈ। ਤੇ ਜਦ ਮੈਂ ਜੇ ਹੈਂਡਗਨ 15 ਯਾਰਡ ਤੇ ਜ਼ੀਰੋ ਹੈ ਤਾਂ ਇਹਦਾ ਮਤਲਬ ਇਹ ਹੈ ਕਿ ਜਦ ਮੈਂ ਇਹਨੂੰ ਫਰੰਟ ਸਾਈਡ ਨੂੰ 15 ਯਾਰਡ ਤੇ ਦੂਰ ਇੱਕ ਟਾਰਗੇਟ ਤੇ ਰੱਖਣਾ ਤੇ ਇਹਨੂੰ ਸ਼ੂਟ ਕਰਦਾ ਤੇ ਗੋਲੀ ਸਿੱਧਾ ਉੱਥੇ ਜਿੱਥੇ ਇਹਦਾ ਫਰੰਟ ਸਾਈਡ ਦੇਖ ਰਹੀ ਹੈ ਉੱਥੇ ਹਿੱਟ ਕਰਦੀ ਹੈ। ਤੇ 15 ਯਾਰਡ ਤੇ ਜ਼ੀਰੋ ਕੀਤੀ ਹੋਈ ਗਨ ਹੈ। ਤੇ ਇਸੇ ਤਰੀਕੇ ਨਾਲ ਜਿਵੇਂ ਤੁਹਾਨੂੰ AR 15 ਦਿਖਾਈ ਸੀ। ਤੇ ਚਲੋ ਇਸ ਨਾਲ ਅਸੀਂ ਇਸ ਵੀਡੀਓ ਦੀ ਸਮਾਪਤੀ ਕਰਦੇ ਹਾਂ। ਤੇ ਜੇ ਤੁਹਾਨੂੰ ਵੀਡੀਓ ਪਸੰਦ ਆਇਆ ਤੁਸੀਂ ਜ਼ਰੂਰ ਉਹਨੂੰ ਸਬਸਕ੍ਰਾਈਬ ਕਰੋ ਮੇਰੇ ਚੈਨਲ ਨੂੰ, ਤੇ ਲਾਈਕ ਵੀ ਕਰੋ, ਤੇ ਹੋਰ ਲੋਕਾਂ ਨੂੰ ਵੀ ਜਾਣਕਾਰੀ ਮਿਲਦੀ ਹੈ। ਤੇ ਉਸ ਤੋਂ ਬਾਅਦ ਤੇ ਤੁਸੀਂ ਆਪਣੇ ਸੁਝਾਅ ਵੀ ਦੇ ਸਕਦੇ ਹੋ ਵੀਡੀਓ ਦੇ ਕਮੈਂਟਾਂ 'ਚ ਕਿ ਹੁਣ ਮੈਂ ਤੁਹਾਨੂੰ ਹੋਰ ਕਿਹੜੀ ਚੀਜ਼ਾਂ ਬਾਰੇ ਜਾਣਕਾਰੀ ਦੇਵਾਂ। ਮੇਰਾ ਪਲਾਨ ਤਾਂ ਅੱਗੇ ਹੈਗਾ ਵੀ ਮੈਂ ਤੁਹਾਨੂੰ ਹੁਣ ਇਸੇ ਰਾਈਫਲ ਨੂੰ ਕਿੱਦਾਂ ਅਸੀਂ 1 ਮੀਲ ਤੱਕ, 1 ਕਿਲੋਮੀਟਰ ਤੱਕ, 1.5 ਕਿਲੋਮੀਟਰ ਤੱਕ ਸ਼ੂਟ ਕਰੀਏ ਸਕੋਪ ਨੂੰ ਐਡਜਸਟ ਕਰਕੇ। ਚੰਗਾ ਫਿਰ ਸਿੰਘੋ, ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਸ਼ਿੱਦਤਾਂ ਉੱਠੇ ਗੁਰੂ ਗੋਬਿੰਦ ਸਿੰਘ ਜਿੱਥੋਂ ਦੀ ਤਾੜੀ ਮਾਰ ਕੇ, ਮਿੱਟੀ ਨੇ ਨਕਸ਼ਾ ਤੱਕਿਆ ਲੋਹੇ ਦੀ ਨੰਗੀ ਤਾਰ ਦਾ, ਬੱਤੀਆਂ ਦੇ ਖੇਮੇ ਪੁੱਟ ਕੇ ਅਣਖਾਂ ਦੇ ਚਿੱਲੇ ਝਾੜ ਕੇ। गोविंद ही है साडा
जद भी है आना वक्त ने है सीस लैके बाप दा काले से आह